ਮਨਪ੍ਰੀਤ ਜੀ, ਅਬੋਹਰ ਤੋਂ ਬੀਜੇਪੀ ਦੇ ਸਾਬਕਾ ਐਮਐਲਏ ਅਰੁਣ ਨਾਰੰਗ ਇਹ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਬਿਲਕੁਲ ਇਸ ਗੱਲ ਦੀ ਕਾਫੀ ਦੇਰ ਤੋਂ ਉਮੀਦ ਕੀਤੀ ਜਾ ਰਹੀ ਸੀ ਵਾਸੂ ਜੀ, ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਜੁਲਾਈ ਦੇ ਮਹੀਨੇ ਦੇ ਵਿੱਚ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਬੀਜੇਪੀ ਦਾ, ਪੰਜਾਬ ਦੀ ਬੀਜੇਪੀ ਪਾਰਟੀ ਦਾ, ਉਸ ਵਕਤ ਤੋਂ ਹੀ ਅਰੁਣ ਨਾਰੰਗ ਨੇ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਸੀ। ਬਲਕਿ ਉਹ ਇਹਨਾਂ ਦੇ ਖਿਲਾਫ ਯਾਨੀ ਕਿ ਸੁਨੀਲ ਜਾਖੜ ਦੇ ਖਿਲਾਫ ਖੁੱਲ ਕੇ ਆ ਗਏ ਸੀ। ਕਹਿੰਦੇ ਜੇ ਇਸ ਤਰ੍ਹਾਂ ਦੇ ਲੀਡਰਸ ਨੂੰ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕਾਂਗਰਸ ਦੇ ਵਿੱਚ ਲਾਈ ਹੋਵੇ, ਸਾਰਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੋਵੇ, ਤੇ ਅੱਜ ਤੁਸੀਂ ਉਹਨਾਂ ਨੂੰ ਬੀਜੇਪੀ 'ਚ ਲਿਆ ਕੇ ਉਹਨਾਂ ਨੂੰ ਪ੍ਰਧਾਨ ਬਣਾ ਦਿੰਦੇ ਹੋ, ਤੇ ਜਿਹੜੇ ਪਾਰਟੀ ਦਾ ਮਨੋਬਲ ਆ ਜਾਂ ਜਿਹੜੇ ਪਾਰਟੀ ਦੇ ਨਾਲ ਕਈ ਦਹਾਕਿਆਂ ਤੋਂ ਜੁੜੇ ਹੋਏ ਲੋਕ ਨੇ, ਪਿੱਛੋਂ ਕੈਡਰਸ ਤੋਂ ਆਏ ਨੇ, ਉਹਨਾਂ ਨੂੰ ਕੀ ਬਣੇਗਾ, ਉਹਨਾਂ ਦਾ ਭਵਿੱਖ ਕੀ ਹੋਏਗਾ। ਔਰ ਇਹਨਾਂ ਨੇ, ਮੈਂ ਤੁਹਾਨੂੰ ਇਹ ਵੀ ਦੱਸਣਾ ਵਾਸੂ ਜੀ, ਕਿ ਅਰੁਣ ਨਾਰੰਗ ਨੇ ਹੀ ਸੁਨੀਲ ਜਾਖੜ ਨੂੰ 3000 ਤੋਂ ਵੀ ਵੱਧ ਵੋਟਾਂ ਦੇ ਨਾਲ ਅਬੋਹਰ ਤੋਂ ਸੰਨ 2017 ਦੀਆਂ ਅਸੈਂਬਲੀ ਚੋਣਾਂ ਦੇ ਵਿੱਚੋਂ ਹਰਾਇਆ ਸੀ। ਸੋ ਇਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਤਾਂ ਟਕਰਾਅ ਸ਼ੁਰੂ ਤੋਂ ਹੀ ਸੀ, ਤੇ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ। ਇਸ ਕਰਕੇ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਜਾਂਦੇ ਨੇ, ਤੇ ਇਹਨਾਂ ਨੂੰ ਯਾਨੀ ਕਿ ਅਰੁਣ ਨਾਰੰਗ ਨੂੰ ਬੜੇ ਮਾਨ ਸਨਮਾਨ ਦੇ ਨਾਲ ਇਹ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲੈਂਦੇ ਨੇ, ਤੇ ਨਾਲ ਹੀ ਕਹਿੰਦੇ ਨੇ ਕਿ ਇਸ ਦਾ ਜਿਹੜਾ ਅਸਰ ਆ, ਯਾਨੀ ਕਿ ਇਹਨਾਂ ਦੇ ਯਾਨੀ ਕਿ ਅਰੁਣ ਨਾਰੰਗ ਦੇ ਪਾਰਟੀ ਜੁਆਇਨ ਕਰਨ ਦੇ ਨਾਲ ਸਾਨੂੰ ਅਬੋਹਰ ਦੇ ਵਿੱਚ ਤਾਂ ਫਾਇਦਾ ਮਿਲੂਗਾ ਹੀ ਮਿਲੂਗਾ, ਸਾਨੂੰ ਫਿਰੋਜ਼ਪੁਰ ਦੇ ਵਿੱਚ, ਫਾਜ਼ਿਲਕਾ ਦੇ ਵਿੱਚ, ਜਲਾਲਾਬਾਦ, ਜਿਹੜੇ ਆਸੇ-ਪਾਸੇ ਕਨਸਟੀਟੂਐਂਸੀਜ਼ ਪੈਂਦੀਆਂ ਨੇ, ਉੱਥੇ ਵੀ ਇਸ ਗੱਲ ਦਾ ਫਰਕ ਪਏਗਾ। ਔਰ ਮੈਨੂੰ ਲੱਗਦਾ ਹੁਣ ਬੀਜੇਪੀ ਦੇ ਵਿੱਚ ਹੋਰ ਕਈ ਤਰ੍ਹਾਂ ਦੇ ਜਿਹੜੇ ਵਿਰੋਧੀ ਸੁਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਉੱਭਰਨਗੇ। ਪਹਿਲਾਂ ਹੀ ਸੁਨੀਲ ਜਾਖੜ ਦੇ ਖਿਲਾਫ ਕਾਫੀ ਸੁਰ ਉੱਭਰ ਰਹੇ ਨੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਐਨਆਈਏ ਵੱਲੋਂ 43 ਵਾਂਟਡ ਕ੍ਰਿਮੀਨਲਸ ਦੀ ਇੱਕ ਸੂਚੀ ਜਾਰੀ ਕੀਤੀ ਗਈ ਹੈ, ਤੇ ਇਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਕਾਫੀ ਸਾਰੇ ਕੈਨੇਡਾ ਦੇ ਵਿੱਚ ਵਸ ਰਹੇ ਨੇ। ਦੇਖੋ, ਜਦੋਂ ਤੋਂ ਭਾਰਤ ਤੇ ਕੈਨੇਡਾ ਦਾ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਂ ਜਿਸ ਤਰ੍ਹਾਂ ਤੁਸੀਂ ਕਹਿ ਲਓ ਭਾਰਤ ਸਰਕਾਰ ਤੇ ਇਲਜ਼ਾਮ ਲਗਾਏ ਗਏ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ, ਉਸ ਤੋਂ ਬਾਅਦ ਜਿਹੜੀਆਂ ਇਹ ਖੂਫੀਆ ਏਜੰਸੀਜ਼ ਨੇ, ਜਾਂ ਜਿਨ੍ਹਾਂ ਨੂੰ ਅਸੀਂ ਸਿਕਿਉਰਿਟੀ ਜਾਂ ਸੀਕ੍ਰੇਟ ਏਜੰਸੀਜ਼ ਕਹਿੰਦੇ ਆ, ਇਹ ਬੜੀਆਂ ਤੇਜ਼ ਹੋ ਗਈਆਂ ਨੇ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਜਿਹਦਾ ਕਿ ਆਮ ਤੌਰ ਤੇ ਮੈਂਡੇਟ ਇਹ ਆ ਕਿ ਉਹਨਾਂ ਨੇ ਜੇ ਕੋਈ ਟੈਰਰਿਸਟ ਐਕਟੀਵਿਟੀ ਆ ਉਸ ਨੂੰ ਰੋਕਣਾ, ਪ੍ਰੀਵੈਂਟਿਵ ਐਕਸ਼ਨ ਲੈਣਾ, ਜਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਐਕਸਪੋਜ਼ ਕਰਨਾ, ਇਹ ਬਹੁਤ ਐਕਟਿਵ ਹੋ ਗਈ ਆ। ਇਹਨਾਂ ਨੇ 43 ਉਹਨਾਂ ਵਿਅਕਤੀਆਂ ਦੀ ਲਿਸਟ ਕੱਢੀ ਆ, ਕਹਿੰਦੇ ਕਿ ਜਿਹੜੇ ਫਿਊਜੀਟਿਵਸ ਨੇ, ਭੱਜੇ ਹੋਏ ਨੇ, ਭਗੌੜੇ ਨੇ, ਗੈਂਗਸਟਰਸ ਨੇ, ਟੈਰਰਿਸਟ ਨੇ, ਸਾਰਾ ਕੁਝ ਇਹਨਾਂ ਨੇ ਕਿਹਾ। ਔਰ ਇਹਨਾਂ ਚੋਂ ਬਹੁਤ ਸਾਰੇ ਜਿਹੜੇ ਨੇ ਉਹ ਵਿਦੇਸ਼ੀ ਧਰਤੀਆਂ ਤੇ ਨੇ। ਚੰਗਾ ਹੁੰਦਾ ਕਿ ਜੇ NIA ਇਹ ਵੀ ਦੱਸ ਦਿੰਦੀ ਕਿ ਇਹ ਵਾਕਿਆ ਵਿਦੇਸ਼ੀ ਕਿਹੜੀਆਂ ਧਰਤੀਆਂ ਤੇ ਨੇ, ਕਿ ਇਹਨਾਂ ਚੋਂ ਜਿਹੜੇ 43 ਆ ਉਹਨਾਂ ਚੋਂ ਕਿੰਨੇ ਕੈਨੇਡਾ ਦੇ ਵਿੱਚ ਨੇ, ਕਿੰਨੇ ਹੋਰ ਮੁਲਕਾਂ ਦੇ ਵਿੱਚ ਨੇ, ਉਹਨਾਂ ਦੀ ਵੀ ਜਾਣਕਾਰੀ ਦੇ ਦਿੰਦੇ, ਕਿਉਂਕਿ ਬਹੁਤ ਕਨਫਿਊਜ਼ਨ ਬਣਿਆ ਹੋਇਆ। ਤੁਹਾਨੂੰ ਯਾਦ ਹੋਣਾ ਵਾਸੂ ਜੀ, ਗੋਲਡੀ ਬਰਾੜ ਬੜੇ ਕਿਹਾ ਜਾਂਦਾ ਸੀ ਕਿ ਉਹ ਕੈਨੇਡਾ ਦੇ ਵਿੱਚ ਆ, ਬਾਅਦ ਦੇ ਵਿੱਚ ਪਤਾ ਲੱਗਦਾ, ਔਰ ਇਹ ਹੋਰ ਕੋਈ ਨਹੀਂ ਕਹਿੰਦਾ, ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ, ਤੁਹਾਨੂੰ ਯਾਦ ਹੋਣਾ, ਕਿਹਾ ਸੀ ਪਿਛਲੇ ਸਾਲ ਕਿ ਉਹਨਾਂ ਨੂੰ ਫੜ ਲਿਆ ਗਿਆ, ਜਾਂ ਉੱਥੋਂ ਦੀਆਂ ਜਿਹੜੀਆਂ ਏਜੰਸੀਜ਼ ਨੇ, ਅਮਰੀਕਨ ਏਜੰਸੀਜ਼, ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ। ਬਾਅਦ ਦੇ ਵਿੱਚ ਅੱਜ ਤੱਕ ਨਹੀਂ ਪਤਾ ਲੱਗਾ ਕਿ ਉਸ ਦਾ ਬਣਿਆ ਕੀ। ਸੋ ਇਹ ਸਾਰੀਆਂ ਗੱਲਾਂ ਤਾਂ ਪੁਖਤਾ ਹੁੰਦੀਆਂ ਨੇ। ਅਕਸਰ ਇਹ ਜਿਹੜੀਆਂ ਰਿਪੋਰਟਸ ਨੇ, ਤੁਸੀਂ ਇੱਕ ਧਿਆਨ ਨਾਲ ਚੀਜ਼ ਦੇਖੋਗੇ, ਇਹ ਇਸ ਤਰ੍ਹਾਂ ਦੇ ਪੱਤਰਕਾਰਾਂ ਤੋਂ, ਇਸ ਤਰ੍ਹਾਂ ਦੇ ਉਹਨਾਂ ਜਰਨਲਿਸਟ ਤੋਂ ਲਵਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਖਬਰਾਂ ਪਲਾਂਟ ਕੀਤੀਆਂ ਜਾਂਦੀਆਂ ਨੇ। ਸਿਕਿਉਰਿਟੀ ਏਜੰਸੀ, ਸੀਕ੍ਰੇਟ ਏਜੰਸੀਜ਼, ਇਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਕਿਸ ਤਰ੍ਹਾਂ ਖਬਰ ਫੈਲਾਉਣੀ ਆ, ਕਿਸ ਤਰ੍ਹਾਂ ਮੀਡੀਆ ਦੇ ਵਿੱਚ ਇਸ ਨੂੰ ਛਾਇਆ ਕਰਨਾ। ਸੋ ਚੰਗਾ ਹੋਵੇ ਜੇ ਇਹਨਾਂ ਦੇ ਮੁਖੀ ਆ ਕੇ ਖੁਦ ਇੱਕ ਪ੍ਰੈਸ ਕਾਨਫਰੰਸ ਕਰਨ, ਸਾਰੀ ਪਾਰਦਰਸ਼ਤਾ ਦੇ ਨਾਲ ਗੱਲ ਦੱਸਣ ਕਿ ਇਹਨਾਂ ਚੋਂ ਕਿੰਨੇ ਵਿਅਕਤੀ ਕਿਹੜੇ ਮੁਲਕ 'ਚ ਨੇ, ਔਰ ਐਕਸਟ੍ਰਾਡੀਸ਼ਨ ਜਿਹੜੀ ਟ੍ਰੀਟੀਜ਼ ਆ ਸਾਡੀ ਕਿੰਨਾ ਮੁਲਕਾਂ ਦੇ ਨਾਲ ਆ, ਤੇ ਜੇ ਅਜੇ ਤੱਕ ਇਹਨਾਂ ਨੇ ਸਾਰੇ ਮਾਮਲੇ ਟੇਕਅਪ ਕੀਤੇ ਆ ਤੇ ਉਹ ਕਿਸ ਸਟੇਜ ਤੇ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਕੈਨੇਡਾ ਤੇ ਇੰਡੀਆ ਦੇ ਵਿਚਕਾਰ ਇਸ ਵੇਲੇ ਜੋ ਤਣਾਅ ਬਣਿਆ ਹੋਇਆ, ਇਸ ਸੰਬੰਧ ਵਿੱਚ S ਜੈ ਸ਼ੰਕਰ ਜਿਹੜੇ ਭਾਰਤ ਦੇ ਫੋਰਨ ਅਫੇਅਰਸ ਮਿਨਿਸਟਰ ਨੇ, ਉਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੀਟਿੰਗ ਹੋਈ ਹੈ, ਤੇ ਹੁਣ ਇਹ ਮੰਨਿਆ ਜਾ ਰਿਹਾ ਵੀ ਜਿਹੜਾ ਕੋਈ ਸਪੈਸ਼ਲ ਸੈਸ਼ਨ ਸ਼ੁਰੂ ਹੋਇਆ ਪਾਰਲੀਮੈਂਟ ਦਾ, ਉਹਦੇ ਵਿੱਚ ਨਰਿੰਦਰ ਮੋਦੀ ਵੀ ਇਸ ਸੰਬੰਧ ਵਿੱਚ ਭਾਸ਼ਣ ਦੇ ਸਕਦੇ ਨੇ ਜਾਂ ਕੋਈ ਕਲੈਰੀਫਿਕੇਸ਼ਨ ਦੇ ਸਕਦੇ ਨੇ। ਬਿਲਕੁਲ, ਦੇਖੋ, ਜਿਹੜੇ S ਜੈ ਸ਼ੰਕਰ ਨੇ, ਸੁਬਰਾਮਨਿਅਮ ਜੈ ਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਨੇ, ਇਹਨਾਂ ਨੇ ਬੀਤੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਰੀਫਿੰਗ ਕੀਤੀ ਆ ਕਿ ਹਜੇ ਤੱਕ ਕੀ ਕੁਝ ਹੋਇਆ, ਕੈਨੇਡਾ ਵੱਲੋਂ ਕਿਸ ਤਰ੍ਹਾਂ ਦੀਆਂ ਸਟੇਟਮੈਂਟਸ ਜਾਰੀ ਕੀਤੀਆਂ ਗਈਆਂ ਨੇ, ਕਿਸ ਡਿਪਲੋਮੈਟ ਨੂੰ ਉੱਥੋਂ ਐਕਸਪੈਲ ਕੀਤਾ ਗਿਆ, ਉਹਦਾ ਜਿਹੜਾ ਰਿਟੈਲੀਏਟਰੀ ਰਿਐਕਸ਼ਨ ਆ
ਇਥੋਂ ਭਾਰਤ ਵੱਲੋਂ ਉਹ ਕੀ ਹੋਇਆ, ਸਾਰੀ तमाम ਜਾਣਕਾਰੀ ਦਿੱਤੀ ਹੈ। ਔਰ ਇਸ ਦੌਰਾਨ ਇਹ ਵੀ ਪਤਾ ਲੱਗਾ, ਕੁਝ ਅਖਬਾਰਾਂ ਨੇ ਇਹ ਖਬਰਾਂ ਛਾਇਆ ਵੀ ਕੀਤੀਆਂ ਕਿ ਉਹਨਾਂ ਨੇ ਸੁਝਾਅ ਦਿੱਤਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿ ਜਿਸ ਤਰ੍ਹਾਂ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਖਾਸ ਤੌਰ ਤੇ ਹਾਊਸ ਆਫ ਕਾਮਨਸ ਨੂੰ ਐਡਰੈਸ ਕਰਕੇ ਇਹ ਸਾਰੇ ਖੁਲਾਸੇ ਕੀਤੇ ਨੇ ਔਰ ਭਾਰਤ ਤੇ ਇਲਜ਼ਾਮ ਲਾਏ ਨੇ, ਪ੍ਰਧਾਨ ਮੰਤਰੀ ਕੋਲੇ ਵੀ ਇਸ ਤਰ੍ਹਾਂ ਦਾ, ਯਾਨੀ ਕਿ ਨਰਿੰਦਰ ਮੋਦੀ ਕੋਲੇ ਵੀ ਇਸ ਤਰ੍ਹਾਂ ਦਾ ਮੌਕਾ, ਕਿਉਂਕਿ ਸਪੈਸ਼ਲ ਸੈਸ਼ਨ ਚੱਲ ਰਿਹਾ ਔਰ ਇਸ ਦੌਰਾਨ ਇਹ ਆਪਣਾ ਜਿਹੜਾ ਸਪਸ਼ਟੀਕਰਨ ਜਾਂ ਜੋ ਇਹਨਾਂ ਵੱਲੋਂ ਕਿਹਾ ਜਾਣਾ ਉਹ ਕਹਿ ਸਕਦੇ ਨੇ। ਵੈਸੇ ਮੈਂ ਇਹ ਵੀ ਦੱਸਣਾ ਕਿ ਬੀਤੇ ਕੱਲ ਜਦੋਂ ਇਹ ਸੈਸ਼ਨ ਚੱਲ ਰਿਹਾ ਸੀ, ਹਾਲਾਂਕਿ ਉੱਥੇ ਵਿਮਨ ਰਿਜ਼ਰਵੇਸ਼ਨ ਬਿੱਲ ਦੀ ਗੱਲ ਹੋ ਰਹੀ ਸੀ, ਇਸ ਦੌਰਾਨ ਸੁਪ੍ਰਿਆ ਸੁਲੇ, ਇਹ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਜਿਹੜੀ ਸ਼ਰਦ ਪਵਾਰ ਦੀ ਪਾਰਟੀ ਆ, ਉਹਨਾਂ ਦੇ ਮੈਂਬਰ ਨੇ, ਐਮਪੀ ਨੇ, ਇਹਨਾਂ ਨੇ ਵੀ ਕਿਹਾ ਸੀ ਕਿ ਬਹੁਤ ਖਬਰਾਂ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਜਿਹਦੇ ਵਿੱਚ ਇਹ ਚੀਜ਼ ਕਹੀ ਗਈ ਆ ਕਿ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਤੇ ਘੱਟੋ ਘੱਟ ਤੁਹਾਨੂੰ ਪਾਰਲੀਮੈਂਟ ਦੇ ਵਿੱਚ ਇਸ ਦਾ ਸਪਸ਼ਟੀਕਰਨ ਦੇਣਾ ਚਾਹੀਦਾ। ਹੁਣ ਉਹ ਪ੍ਰਧਾਨ ਮੰਤਰੀ ਦਿੰਦੇ ਨੇ, ਕੀ ਪਿੱਛੇ ਇਹਦੀ ਵਿਉਂਤ ਬਣਦੀ ਆ, ਕੀ ਯੋਜਨਾ ਬਣਦੀ ਆ ਜਾਂ ਪਲੈਨਿੰਗ ਬਣ ਕੇ ਆਖਿਰਕਾਰ, ਕਿਉਂਕਿ 2 ਦਿਨ ਹੋਰ ਰਹਿ ਗਏ ਨੇ ਔਰ ਇਸ ਦੌਰਾਨ ਹੀ ਉਹ ਆਪਣਾ ਜਿਹੜਾ ਉਹ ਆਪਣਾ ਕੋਈ ਸਟੇਟਮੈਂਟ ਆ ਜਾਂ ਆਪਣੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਆ ਉਹ ਕਰ ਸਕਦੇ ਆ। ਇਹ ਆਉਣ ਵਾਲਾ ਸਮਾਂ ਦੱਸੇਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਐਸਜੀਬੀਸੀ ਵੱਲੋਂ ਤੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਵੀ ਇਦਾਂ ਹੀ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਸਪਸ਼ਟੀਕਰਨ ਦੇਣ ਪਾਰਲੀਮੈਂਟ ਦੇ ਵਿੱਚ। ਬਿਲਕੁਲ, ਤੁਸੀਂ ਦੇਖੋ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਗਿਆਨੀ ਰਘਬੀਰ ਸਿੰਘ ਤੇ ਇਸੇ ਤਰ੍ਹਾਂ ਐਸਜੀਪੀਸੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਹਨਾਂ ਨੇ ਕੱਲ ਵੀ ਸਟੇਟਮੈਂਟ ਦਿੱਤੀ ਸੀ ਤੇ ਹੁਣ ਵੀ ਇਹ ਗੱਲ ਕਹੀ ਆ। ਉਹ ਕਹਿੰਦੇ ਕਿ ਇਸ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਵਲ ਇਹ ਕਹਿ ਕੇ ਕਿ ਸਾਰੇ ਜਿਹੜੇ ਇਹ ਇਲਜ਼ਾਮ ਨੇ ਜਾਂ ਦੋਸ਼ ਨੇ ਉਹ ਨਿਰਾਧਾਰ ਨੇ ਜਾਂ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਮ ਨਹੀਂ ਹੈ, ਇਸ ਇੰਨਾ ਕਾਫੀ ਨਹੀਂ ਆ, ਇਸ ਤੋਂ ਵੱਧ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਭਾਰਤ ਦੇ ਲੋਕ, ਪੰਜਾਬ ਦੇ ਲੋਕ, ਸਿੱਖ ਭਾਈਚਾਰੇ ਦੇ ਲੋਕ ਸਾਰੀ ਦੁਨੀਆ ਦੇ ਵਿੱਚ ਵੱਖਰੀਆਂ ਵੱਖਰੀਆਂ ਧਰਤੀਆਂ ਤੇ ਵੱਖਰੇ ਵੱਖਰੇ ਮੁਲਕਾਂ 'ਚ ਰਹਿ ਰਹੇ ਆ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਆਪਣੀ ਸੁਰੱਖਿਆ ਜਿਹੜੀ ਆ ਉਹ ਕਿਤੇ ਖਤਰੇ 'ਚ ਲੱਗਦੀ ਆ। ਸੋ ਘੱਟੋ ਘੱਟ ਇਹ ਚੀਜ਼ ਦੱਸੋ ਕਿ ਕੀ ਇਸ ਦੇ ਵਿੱਚ ਕਿਸੇ ਏਜੰਸੀ ਦੀ ਇਨਵੋਲਵਮੈਂਟ ਹੈ ਜਾਂ ਨਹੀਂ ਹੈ ਔਰ ਇਹਦਾ ਇੱਕ ਪੁਖਤਾ ਜਵਾਬ ਮਿਲਣਾ ਚਾਹੀਦਾ। ਮੈਂ ਵਾਸੂ ਜੀ ਥੋੜਾ ਜਿਹਾ ਇੱਥੇ ਇਹ ਵੀ ਧਿਆਨ ਦੇਵਾਂ ਕਿ ਇਸ ਵਕਤ ਜਦੋਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਬੜੇ ਨਾਜ਼ੁਕ ਸਥਿਤੀ 'ਚੋਂ ਲੰਘ ਰਹੇ ਆ, ਬੜੇ ਸੈਂਸਿਟਿਵ ਦੌਰ 'ਚੋਂ ਲੰਘ ਰਹੇ ਆ, ਇਸ ਦੌਰਾਨ ਗੁਰਪਤਵੰਤ ਸਿੰਘ ਪੰਨੂ ਵਰਗੇ ਵੀ ਬਿਆਨ ਦੇਣੋਂ ਨਹੀਂ ਹਟਦੇ, ਅੱਜ ਇੱਥੇ ਛਪੇ ਵੀ ਆ। ਉਹਨਾਂ ਦਾ 45 ਸੈਕਿੰਡ ਦਾ ਇੱਕ ਵੀਡੀਓ ਆ, ਤੁਸੀਂ ਦੇਖੋ, ਉਹ ਬੜਾ ਹੈਰਾਨ ਕਰਨ ਵਾਲਾ। ਜਦੋਂ ਉਹ ਕਹਿ ਦਿੰਦੇ ਨੇ ਕਿ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਹਿੰਦੂ ਵਸੇ ਆ ਉਹ ਉੱਥੋਂ ਚਲੇ ਜਾਣ, ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਹੁੰਦਾ ਜਿਵੇਂ ਘਿਓ ਦੇ ਵਿੱਚ ਬਲਦੀ ਦਾ, ਜਿਵੇਂ ਘਿਓ ਜਿਹੜਾ ਅੱਗ ਦੇ ਵਿੱਚ ਘਿਓ ਪਾਉਣ ਦੀ ਵਾਲੀ ਗੱਲ ਕਰਦੇ ਆ। ਇਸ ਤਰ੍ਹਾਂ ਦੇ ਲੋਕਾਂ ਨੂੰ ਜਿਹੜੀ ਕੈਨੇਡੀਅਨ ਗਵਰਨਮੈਂਟ ਆ ਜਾਂ ਉੱਥੋਂ ਦੀ ਸਰਕਾਰਾਂ ਵਰਜਿਤ ਕਰ ਸਕਦੀਆਂ ਨੇ ਕਿ ਇਹਦੇ ਨਾਲ ਜਿਹੜਾ ਆਪਸੀ ਭਾਈਚਾਰਾ ਉਹਦੇ ਵਿੱਚ ਤਣਾਅ ਪੈਦਾ ਹੁੰਦਾ। ਦੇਖੋ ਪੰਜਾਬ 'ਚ ਤਾਂ ਇਹ ਲੋਕ ਕਾਮਯਾਬ ਹੋਏ ਨਹੀਂ, ਕਿਤੇ ਕਿਸੇ ਦੇ ਚੁੱਕ ਕਾਰਨ ਜਾਂ ਕਿਸੇ ਏਜੰਸੀਆਂ ਦੇ ਬਹਿਕਾਵੇ ਦੇ ਵਿੱਚ ਆ ਕੇ ਇਹ ਗੱਲਾਂ ਉੱਥੇ ਨਾ ਹੋ ਜਾਣ, ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ। ਸੋ ਕਾਫੀ ਇਸ ਗੱਲ ਦੀ ਇੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਤਾਂ ਆਲੋਚਨਾ ਹੋ ਰਹੀ ਆ, ਕੈਨੇਡਾ ਦੇ ਵਿੱਚ ਵੀ ਮੈਨੂੰ ਲੱਗਦਾ ਇਹ ਗੱਲ ਕੋਈ ਜ਼ਿਆਦਾ ਚੰਗੀ ਨਹੀਂ ਸਮਝੀ ਜਾਊਗੀ ਔਰ ਇਸ ਦੀ ਆਲੋਚਨਾ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਵੀ ਕਰੇਗੀ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਤੁਸੀਂ ਵਿਮਨਸ ਰਿਜ਼ਰਵੇਸ਼ਨ ਬਿੱਲ ਦਾ ਜ਼ਿਕਰ ਕੀਤਾ, ਪਾਰਲੀਮੈਂਟ ਦੇ ਵਿੱਚ ਉਹਦੇ ਬਾਰੇ ਬਹਿਸ ਚੱਲ ਰਹੀ ਹੈ। ਹਾਊਸ ਆਫ ਕਾਮਨਸ ਕਹਿਣ ਲੱਗਿਆ ਸੀ, ਲੋਕ ਸਭਾ ਦੇ ਵਿੱਚ ਉਹ ਪਾਸ ਹੋ ਗਿਆ, ਰਾਜ ਸਭਾ ਦੇ ਵਿੱਚ ਅੱਜ ਡਿਬੇਟ ਸ਼ੁਰੂ ਹੋਏਗੀ ਤੇ ਹੁਣ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਇਹਨੂੰ ਜਲਦ ਤੋਂ ਜਲਦ ਲਾਗੂ ਕਰੋ, ਪਰ ਤੁਸੀਂ ਕੱਲ ਦੱਸ ਰਹੇ ਸੀ ਵੀ ਇਹਨੂੰ ਲਾਗੂ ਕਰਨਾ ਇੰਨਾ ਸਿੱਧਾ ਪੱਧਰਾ ਨਹੀਂ ਹੋਏਗਾ। ਬਿਲਕੁਲ ਤੁਹਾਡੀ ਵਾਸੂ ਜੀ ਗੱਲ ਠੀਕ ਹੈ, ਦਰਅਸਲ ਸਾਰਾ ਪੇਚ ਹੀ ਇਸ ਤੇ ਫਸਿਆ। ਹੁਣ ਜੇ ਮੈਂ ਤੁਹਾਨੂੰ ਸਾਡੇ ਕੋਲ ਇੰਨਾ ਵਕਤ ਨਹੀਂ ਹੈ, ਥੋੜੀ ਜਿਹੀ ਜਲਦੀ ਕੋਸ਼ਿਸ਼ ਕਰੂੰਗਾ ਕਿ ਟੈਕਨੀਕੈਲਿਟੀਜ਼ ਦੱਸਾਂ ਜੀ। ਦੇਖੋ, ਇਹ ਜਿਹੜਾ ਵਿਮਨ ਰਿਜ਼ਰਵੇਸ਼ਨ ਬਿੱਲ ਆ, ਰਾਖਵਾਂ ਕਰਨਾ ਔਰਤਾਂ ਦੇ ਲਈ, ਇਹ ਲਗਭਗ 27 ਸਾਲਾਂ ਤੋਂ 3 ਦਸ਼ਕ ਹੋ ਗਏ ਨੇ, ਦਹਾਕੇ ਹੋ ਗਏ ਨੇ ਜਦੋਂ ਤੋਂ ਇਹ ਲਟਕਿਆ ਹੋਇਆ। ਹਰ ਕੋਈ ਪਾਰਟੀ ਦਾਅਵੇ ਕਰਦੀ ਸੀ ਕਿ ਦੇਖੋ ਜੀ ਅਸੀਂ ਤਾਂ ਔਰਤਾਂ ਦੇ ਹੱਕ 'ਚ ਖੜੇ ਆ। ਹੁਣ ਚਲੋ ਲੈ ਆਂਦਾ, ਔਰ ਵੈਸੇ ਮੈਂ ਦੱਸਦਾ ਕਿ 454 ਵੋਟਾਂ ਪਈਆਂ ਨੇ ਇਹਦੇ ਹੱਕ 'ਚ, ਵਿਰੋਧੀ ਪਾਰਟੀਆਂ ਨੇ ਵੀ ਹੱਕ 'ਚ ਪਾਈਆਂ ਨੇ, ਕੇਵਲ 2 ਵੋਟਾਂ ਇਹਦੇ ਖਿਲਾਫ ਪਈਆਂ ਨੇ। ਅੱਛਾ, ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਲਾਗੂ ਕਦੋਂ ਹੋਏਗਾ। ਦੇਖੋ, ਇੱਕ ਤਾਂ ਮੈਂ ਇਹ ਚੀਜ਼ ਦੱਸਦਾ ਕਿ ਲਾਗੂ ਇਮੀਡੀਏਟਲੀ ਨਹੀਂ ਹੋਣਾ। ਕਾਰਨ ਇਹ ਹੈ ਕਿ ਸੰਵਿਧਾਨ ਦੇ ਵਿੱਚ ਸੋਧ ਕੀਤੀ ਹੋਈ ਆ ਔਰ ਇਹ ਪੁਰਾਣੀ ਸੋਧ ਆ ਕਿ ਜਿੰਨੀ ਦੇਰ ਤੱਕ ਡੀਲਿਮਿਟੇਸ਼ਨ ਐਕਸਰਸਾਈਜ਼ ਨਹੀਂ ਹੁੰਦੀ, ਔਰ ਡੀਲਿਮਿਟੇਸ਼ਨ ਐਕਸਰਸਾਈਜ਼ ਆ ਜਿਹੜਾ ਕਿ ਹੱਦਾਂ ਨਾਪਣੀਆਂ, ਦੁਬਾਰਾ ਹੱਦਾਂ ਬਣਾਉਣੀਆਂ, ਰਾਈਡਿੰਗਸ ਦੀਆਂ, ਕਨਸਟੀਟੂਐਂਸੀਜ਼ ਦੀਆਂ, ਸੀਟਾਂ ਦੀਆਂ, ਉਹ ਐਕਸਰਸਾਈਜ਼ ਜਾ ਕੇ ਹੋਣੀ ਆ ਜਦੋਂ ਸੈਂਸਸ ਹੋ ਜਾਊਗਾ, ਜਦੋਂ ਜਨਗਣਨਾ ਹੋਏਗੀ ਉਸ ਤੋਂ ਬਾਅਦ ਹੋਣੀ ਆ। ਕਹਿਣ ਦਾ ਮਤਲਬ ਆ ਕਿ ਸਨ 2026 ਤੱਕ ਇਸ ਦੀ ਰੋਕ ਲੱਗੀ ਹੋਈ ਹੈ, ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹ ਕਦੋਂ ਜਾ ਕੇ ਹੋਊਗਾ, ਕਿਉਂਕਿ ਇਸ ਤਰ੍ਹਾਂ ਦਾ ਜਿਹੜੀ ਟਿੱਪਣੀ ਆ
ਉਹ ਭਾਰਤ ਦੇ ਗ੍ਰਹਿ ਮੰਤਰੀ ਨੇ ਕੀਤੀ ਆ। ਹੁਣ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਇਹ ਆ ਵਾਸੂ ਜੀ ਕਿ ਵਿਮਨ ਰਿਜ਼ਰਵੇਸ਼ਨ ਲਾਗੂ ਕਰਨ ਲਈ ਨਾ ਤਾਂ ਕਿਸੇ ਸੈਂਸਸ ਦੀ ਲੋੜ ਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਡੀਲਿਮਿਟੇਸ਼ਨ ਐਕਸਰਸਾਈਜ਼ ਦੀ ਲੋੜ ਆ। ਹੁਣ ਤੁਸੀਂ ਆਪ ਸੋਚੋ ਕਿ ਤੁਸੀਂ ਲਾਗੂ ਕਰ ਦੋ, ਆਪਾਂ ਇਹ ਤਾਂ ਗਿਣੀਏ ਨਹੀਂ ਕਿ ਭਾਰਤ ਦੇ ਵਿੱਚ ਕਿੰਨੀਆਂ ਔਰਤਾਂ ਨੇ। ਜਦੋਂ ਤੱਕ ਕੋਈ ਸ਼ਡਿਊਲ ਟ੍ਰਾਈਬ ਜਾਂ OBC ਜਾਂ ਕੋਈ ਸ਼ਡਿਊਲ ਕਾਸਟ ਇਸ ਤਰ੍ਹਾਂ ਦੇ ਕੋਈ ਵਿਅਕਤੀ ਹੋਣ, ਉਹਨਾਂ ਦੀ ਜਨਗਣਨਾ ਤਾਂ ਜਾਣਨਾ ਜ਼ਰੂਰੀ ਆ ਤਾਂ ਕਿ ਪਤਾ ਲੱਗੇ ਕਿ ਅਸੀਂ ਕਿੱਥੇ ਕਿੱਥੇ ਲਾਗੂ ਕਰਨੀ ਹੈ, ਕਿਹੜੀ ਸੀਟ ਨੂੰ ਰਿਜ਼ਰਵ ਕਰਨਾ, ਕਿਹਨੂੰ ਨਹੀਂ ਕਰਨਾ। ਇੱਥੇ ਤਾਂ ਪਤਾ ਕਿ 1/3 ਜਾਂ 33% ਸੀਟਾਂ ਔਰਤਾਂ ਲਈ ਰਾਖਵੀਆਂ ਕਰਨੀਆਂ ਹੀ ਕਰਨੀਆਂ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਸੋ ਇਸੇ ਕਰਕੇ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਇਹਨਾਂ ਨੇ ਇਹ ਬਿੱਲ ਤਾਂ ਪਾਸ ਕਰਵਾ ਲਿਆ, ਵਾਹ ਤਾਂ ਖੱਟ ਲਈ, ਪਰ ਇਹਨੂੰ ਲਾਗੂ ਕਰਾਉਣ ਲਈ ਖੁਦ ਹੀ ਕਹਿ ਰਹੇ ਨੇ ਕਿ ਸਨ 2029 ਤੋਂ ਬਾਅਦ ਹੋਊਗਾ। ਸੋ ਇਹਦੀ ਫਿਰ ਲੋੜ ਕੀ ਸੀ? ਕੇਵਲ ਤੇ ਕੇਵਲ ਔਰਤਾਂ ਦੀਆਂ ਵੋਟਾਂ ਲੈਣੀਆਂ ਸੀ। ਇਹ ਵਾਸੂ ਜੀ। ਮਨਪ੍ਰੀਤ ਜੀ, ਬਹੁਤ ਹੀ ਕੁਇਕਲੀ ਆਪਾਂ ਇਹ ਵੀ ਗੱਲ ਕਰ ਲਈਏ ਕਿ ਸੱਜਣ ਕੁਮਾਰ ਨੂੰ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ। ਬਿਲਕੁਲ, ਤੁਸੀਂ ਦੇਖੋ ਸਨ 1984 ਦਾ ਕੇਸ ਆ ਔਰ ਕੱਲੇ ਸੱਜਣ ਕੁਮਾਰ ਨੂੰ ਨਹੀਂ, ਇਹ ਸਾਬਕਾ ਕਾਂਗਰਸ ਦੇ MP ਸੀ। ਇਹਨਾਂ ਦੇ ਨਾਲ 2 ਵਿਅਕਤੀ ਹੋਰ ਸੀ। ਇਹ ਤਿੰਨਾਂ ਤੇ ਇਲਜ਼ਾਮ ਸੀ ਕਿ ਇਹਨਾਂ ਨੇ ਸੁਲਤਾਨਪੁਰੀ ਦੇ ਵਿੱਚ ਉਹਨਾਂ ਦੇ ਦਿਨਾਂ ਦੇ ਵਿੱਚ ਇੱਕ ਸਿੱਖ ਨੌਜਵਾਨ ਸੀ ਸੁਰਜੀਤ ਸਿੰਘ ਨਾਮ ਦਾ, ਉਹਦਾ ਇਹਨਾਂ ਨੇ ਕਤਲ ਕਰਤਾ ਸੀ। ਇਹਨਾਂ ਤੇ ਇਲਜ਼ਾਮ ਸੀ, ਕੇਸ ਦਰਜ ਹੋ ਗਿਆ। ਲੇਕਿਨ ਹੁਣ ਜਿਹੜੀ ਸਪੈਸ਼ਲ ਜੱਜ ਆ ਗੀਤਾਂਜਲੀ ਗੋਇਲ, ਉਹਨਾਂ ਨੇ ਇਹਨਾਂ ਨੂੰ ਸਬੂਤਾਂ ਤੇ, ਕਿਉਂਕਿ ਸਬੂਤ ਨਹੀਂ ਮਿਲੇ, ਸਬੂਤਾਂ ਦੇ ਬਿਨਾਂ ਨਾ ਹੋਣ ਕਰਕੇ, ਸਬੂਤ ਇਨਫ ਨਾ ਹੋਣ ਕਰਕੇ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਐਕਵਿਟ ਕਰ ਦਿੱਤਾ ਗਿਆ। ਇਹ ਆਪਣੇ ਆਪ ਦੇ ਵਿੱਚ ਪ੍ਰੋਸੀਕਿਊਸ਼ਨ ਲਈ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਆ। ਹਾਲਾਂਕਿ ਅੱਜ ਸੁਖਬੀਰ ਸਿੰਘ ਬਾਦਲ ਜਾਂ तमाम ਜਿਹੜੀਆਂ ਆਪੋਜੀਸ਼ਨ ਪਾਰਟੀਆਂ ਆ ਉਹ ਕਹਿ ਰਹੀਆਂ ਨੇ ਦੇਖੋ ਜੀ ਇਨਸਾਫ ਨਹੀਂ ਮਿਲਿਆ, ਪਰ ਘੱਟੋ ਘੱਟ ਲੋਕਾਂ ਸਾਹਮਣੇ ਸਬੂਤ ਰੱਖੋ ਤਾਂ ਕਿ ਪਤਾ ਲੱਗੇ ਕਿ ਕੀ ਇਹਨਾਂ ਸਬੂਤ ਸੀ ਅਦਾਲਤ ਕੋਲੇ ਤਾਂ ਕਿ ਉਹ ਫੈਸਲਾ ਲੈ ਸਕਦੀ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।